14 ਤੋਂ ਵੀ ਵੱਧ ਮੁਲਕਾਂ ਦੇ ਗੋਰੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਨੌਕਰੀ ਕਰਦੇ ਸਨ। ਉਹਨਾਂ ਵਿੱਚੋਂ ਅਮਰੀਕਾ ਵੀ ਸ਼ਾਮਲ ਹੈ। ਅੱਜ ਜਿੱਥੇ ਪੰਜਾਬੀਆਂ ਦੀ ਬਹੁ ਗਿਣਤੀ ਆਪਣਾ ਸਭ ਕੁਝ ਵੇਚ ਵੱਟ ਕੇ ਪੁੱਜਣਾ ਚਾਹੁੰਦੀ ਹੈ। सत श्री अकाल, मैं गुरदीप कौर गरेवाल। प्रोग्राम सिरनावा च तुहाडा स्वागत है। जदों नेपोलियन की फौज हार गई तो उसके बहुत सारे जरनैल पंजाब वाल तुर पे। पता क्यों? खालसा राज विच नौकरी करन लई। उन्हां नूं पता लगा सी कि दुनिया विच सब तो वध तनख्वाह जे किते दित्ती जा रही है ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਹੈ। ਯੂਰਪ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਸੀ ਕਿ ਜਿਸ ਨੂੰ ਪੰਜਾਬ ਵਿੱਚ ਨੌਕਰੀ ਮਿਲ ਜਾਵੇ ਉਸ ਤੋਂ ਵਡਭਾਗਾ ਕੋਈ ਨਹੀਂ। ਫਰਾਂਸ ਦੇ ਰਾਜੇ ਲੂਇਸ ਫਿਲਿਪਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਕਿ ਤੁਸੀਂ ਜਿਸ ਤਰ੍ਹਾਂ ਸਾਡੇ ਦੇਸ਼ ਦੇ ਬੰਦਿਆਂ ਤੇ ਆਪਣੀ ਦਰਿਆਦਿਲੀ ਦਾ ਮੀਂਹ ਵਰਾ ਰਹੇ ਹੋ, ਉਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਉਸ ਸਮੇਂ ਲਾਹੌਰ ਦੇ ਸ਼ਾਹੀ ਕਿਲੇ ਦੇ ਸਾਹਮਣੇ ਉਹ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ ਜਦੋਂ ਲੋਕ फ्रांसीसी, अंग्रेज़, रूसी, जर्मन, इटालीयन, स्काच, आयरिश, ग्रीक, हंगेरीयन, स्पैनिश, पुर्तगाली आदि पहराविਆਂ वाले फौजियों ਨੂੰ ਵੇਖਦੇ ਤੇ ਉਹਨਾਂ ਦੀਆਂ ਬੋਲੀਆਂ ਨੂੰ ਸੁਣਦੇ ਸਨ। ਉਸ ਸਮੇਂ 100 ਦੇ ਲਗਭਗ ਗੋਰੇ ਖਾਲਸਾ ਰਾਜ ਵਿੱਚ ਨੌਕਰੀ ਕਰਦੇ ਸਨ। ਸਭ ਤੋਂ ਪਹਿਲਾ ਬੰਦਾ ਜਿਹੜਾ ਖਾਲਸਾ ਫੌਜ ਵਿੱਚ ਸ਼ਾਮਲ ਹੋਇਆ ਉਹ ਇਟਲੀ ਦਾ ਜਨਰਲ ਵੈਂਤੁਰਾ ਸੀ। ਇਹ ਫਰਾਂਸ ਦੇ ਰਾਜੇ ਨੈਪੋਲੀਅਨ ਦਾ ਜਰਨੈਲ ਸੀ। ਇਹ ਰੂਸ ਵਿਰੁੱਧ ਲੜਿਆ ਤੇ ਜਿਹੜੇ ਨੈਪੋਲੀਅਨ ਨਾਲ ਜਾਨ ਬਚਾ ਕੇ ਫਰਾਂਸ ਪੁੱਜੇ ਸਨ ਇਹ ਉਹਨਾਂ ਵਿੱਚੋਂ ਇੱਕ ਸੀ। ਨੈਪੋਲੀਅਨ ਦੀ ਵਾਟਰਲੂ ਦੀ ਲੜਾਈ ਵਿੱਚ ਹਾਰ ਤੋਂ ਬਾਅਦ ਫੌਜ ਟੁੱਟ ਗਈ ਅਤੇ ਇਹ ਬੇਕਾਮਾ ਹੋ ਗਿਆ। ਨੌਕਰੀ ਦੀ ਭਾਲ ਵਿੱਚ ਇਹ ਆਪਣੇ ਸਾਥੀ ਐਲਾਰਡ ਨਾਲ ਇਟਲੀ ਤੋਂ ਤੁਰਕੀ ਅਤੇ ਫਿਰ ਈਰਾਨ ਪੁੱਜਾ। ਉੱਥੇ ਕੋਈ ਕੰਮ ਨਾ ਮਿਲਣ ਕਰਕੇ ਇਹ ਅਫਗਾਨਿਸਤਾਨ 'ਚੋਂ ਹੁੰਦੇ ਹੋਏ 1822 ਨੂੰ ਪਿਸ਼ਾਵਰ ਪੁੱਜ ਗਏ। 10 ਮਾਰਚ ਨੂੰ ਇਹ ਸ਼ਾਦਰੇ ਪੁੱਜ ਗਏ ਅਤੇ ਇਹਨਾਂ ਨੇ ਮਹਾਰਾਜੇ ਦੇ ਮੁਨਸ਼ੀ ਰਾਮਦਾਸ ਰਾਹੀਂ, ਜੋ ਕਿ ਅੰਗਰੇਜ਼ੀ ਅਤੇ ਫਰਾਂਸੀਸੀ ਦੋਵੇਂ ਬੋਲੀਆਂ ਜਾਣਦਾ ਸੀ, ਮਹਾਰਾਜੇ ਨਾਲ ਗੱਲਬਾਤ ਕੀਤੀ। ਇਹਨਾਂ ਨੇ ਬੇਨਤੀ ਕੀਤੀ ਕਿ ਉਹ ਬੇਰੁਜ਼ਗਾਰ ਨੇ ਤੇ ਮਹਾਰਾਜੇ ਦੀ ਸੋਭਾ ਸੁਣ ਕੇ ਉੱਥੇ ਆਏ ਨੇ, ਉਹਨਾਂ ਨੂੰ ਨੌਕਰੀ ਦਿੱਤੀ ਜਾਵੇ। ਮਹਾਰਾਜੇ ਨਾਲ ਮੁੱਢਲੇ ਸਵਾਲ ਜਵਾਬ ਤੋਂ ਬਾਅਦ ਇਹ ਵਾਪਸ ਆਪਣੇ ਡੇਰੇ ਆ ਗਏ। ਫਿਰ 1 ਅਪ੍ਰੈਲ 1822 ਨੂੰ ਇਹਨਾਂ ਨੇ ਆਪਣੇ ਡੇਰੇ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਕਿ ਹਜ਼ੂਰ ਦੇ ਦਰਬਾਰ ਵਿੱਚ ਆ ਕੇ ਅਸੀਂ ਜੋ ਜਲੌ ਡਿੱਠਾ ਹੈ ਉਹ ਉਸ ਤੋਂ ਵੀ ਕਿਤੇ ਵੱਧ ਕੇ ਹੈ ਜਿਸ ਦੀ ਧੁੰਮ ਯੂਰਪ ਵਿੱਚ ਪਈ ਹੋਈ ਹੈ। ਹਜ਼ੂਰ ਹੁਣ ਦਾਸਾਂ ਤੇ ਕਿਰਪਾ ਕਰਕੇ ਫਰਮਾਨ ਜਾਰੀ ਕਰ ਦੇਣ ਤਾਂ ਕਿ ਸੇਵਕਾਂ ਦੀ ਚਿੰਤਾ ਨਿਵਰਤ ਹੋ ਜਾਏ। ਮਹਾਰਾਜੇ ਨੇ ਆਪਣੇ ਵਜ਼ੀਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਇਹਨਾਂ ਸਾਹਮਣੇ ਕੁਝ ਸ਼ਰਤਾਂ ਰੱਖੀਆਂ। ਇਹਨਾਂ ਵਿੱਚ ਕਿਹਾ ਗਿਆ ਕਿ ਇਹ ਸਦਾ ਖਾਲਸਾ ਰਾਜ ਨੂੰ ਸਮਰਪਿਤ ਰਹਿਣਗੇ, ਦਾੜਾ ਸੁੱਚਾ ਰੱਖਣਾ ਪਵੇਗਾ, ਗਊ ਮਾਸ ਵਰਤਣ ਦੀ ਮਨਾਹੀ ਹੋਵੇਗੀ, ਤੰਬਾਕੂ ਦੀ ਵਰਤੋਂ ਦਾ ਤਿਆਗ ਕਰਨਾ ਪਵੇਗਾ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਪੰਜਾਬੀ ਸਿੱਖਣੀ ਲਾਜ਼ਮੀ ਹੋਵੇਗੀ। ਇਹਨਾਂ ਦੋਵਾਂ ਨੂੰ 5-5 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਗਈ। 1825 ਵਿੱਚ ਵੈਂਤੁਰਾ ਨੇ ਅਰਮੀਨੀਆ ਦੀ ਇੱਕ ਈਸਾਈ ਤੀਵੀਂ ਨਾਲ ਲਾਹੌਰ ਵਿੱਚ ਕੈਥੋਲਿਕ ਮਰਿਆਦਾ ਅਨੁਸਾਰ ਵਿਆਹ ਕਰਵਾ ਲਿਆ। 1823 ਵਿੱਚ ਨੌਸ਼ਹਿਰੇ ਦੀ ਲੜਾਈ ਤੇ 1834 ਦੀ ਪਿਸ਼ਾਵਰ ਦੀ ਚੜ੍ਹਾਈ ਸਮੇਂ ਇਸਨੇ ਸਰਦਾਰ ਹਰੀ ਸਿੰਘ ਨਲੂਏ ਨਾਲ ਜੰਗ ਵਿੱਚ ਹਿੱਸਾ ਲਿਆ। ਇਸਨੇ ਮਹਾਰਾਜਾ ਰਣਜੀਤ ਸਿੰਘ ਤੋਂ 1835 ਵਿੱਚ 2 ਸਾਲ ਦੀ ਛੁੱਟੀ ਮੰਗੀ ਜੋ ਕਿ ਮਨਜ਼ੂਰ ਕਰ ਲਈ ਗਈ। ਇਹ 2 ਸਾਲ ਯੂਰਪ ਰਿਹਾ ਅਤੇ ਜਦੋਂ ਇਸ ਨੂੰ ਮਹਾਰਾਜੇ ਦੀ ਬਿਮਾਰੀ ਦਾ ਪਤਾ ਲੱਗਾ ਤਾਂ ਇਹ ਵਾਪਸ ਪਰਤ ਆਇਆ। 1841 ਵਿੱਚ ਵੈਂਤੁਰਾ ਨੂੰ ਪਤਾ ਲੱਗਾ ਕਿ ਇਸ ਨੂੰ ਮੁੜ ਪਿਸ਼ਾਵਰ ਭੇਜਿਆ ਜਾਵੇਗਾ। ਇਹ ਉਸ ਤੋਂ ਇੰਨਾ ਡਰਿਆ ਕਿ ਇਸ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਮਹਾਰਾਜਾ ਸ਼ੇਰ ਸਿੰਘ ਨੇ ਇਸ ਦਾ ਅਸਤੀਫਾ ਮਨਜ਼ੂਰ ਨਾ ਕੀਤਾ। ਇਸ ਉਪਰੰਤ ਇਹ ਰਾਤੋਂ ਰਾਤ ਖਾਲਸਾ ਰਾਜ ਦੇ ਇਲਾਕੇ 'ਚੋਂ ਨਿਕਲ ਕੇ ਲੁਧਿਆਣੇ ਪੁੱਜ ਗਿਆ। ਇਸ ਨੇ ਆਪਣਾ ਸਮਾਨ, ਹਾਥੀ, ਘੋੜੇ ਆਦਿ 80,000 ਰੁਪਏ ਵਿੱਚ ਅੰਗਰੇਜ਼ ਸਰਕਾਰ ਨੂੰ ਵੇਚ ਦਿੱਤੇ। ਕੁਝ ਸਮਾਂ ਇਹ ਸ਼ਿਮਲਾ ਰਿਹਾ ਅਤੇ ਉਸ ਉਪਰੰਤ 1845 ਨੂੰ ਕਲਕੱਤੇ ਤੋਂ ਜਹਾਜ਼ ਚੜ੍ਹ ਕੇ ਫਰਾਂਸ ਜਾ ਪੁੱਜਾ। ਜਿਸ ਤੀਵੀਂ ਨਾਲ 1825 ਵਿੱਚ ਵੈਂਤੁਰਾ ਦਾ ਵਿਆਹ ਹੋਇਆ ਸੀ ਉਸ ਨਾਲ ਇਸ ਦੀ ਬਣੀ ਨਹੀਂ ਅਤੇ ਇਹ ਉਸ ਨੂੰ ਜਾਂਦਾ ਹੋਇਆ ਲੁਧਿਆਣੇ ਹੀ ਛੱਡ ਗਿਆ। ਉਹ ਬਹੁਤ ਹੀ ਗਰੀਬੀ ਦੀ ਹਾਲਤ ਵਿੱਚ 10 ਜੁਲਾਈ 1873 ਨੂੰ 70 ਸਾਲ ਦੀ ਉਮਰ ਵਿੱਚ ਮਰ ਗਈ। ਉਸ ਨੂੰ ਲੁਧਿਆਣੇ ਦੇ ਕਬਰਸਤਾਨ ਵਿੱਚ ਦਫਨਾਇਆ ਗਿਆ। ਇਸੇ ਤਰ੍ਹਾਂ ਇਟਲੀ ਦਾ ਜਰਨੈਲ ਆਵੀਤਾਬੀਲ ਵੀ ਨੈਪੋਲੀਅਨ ਦੀ ਫੌਜ ਦਾ ਭੋਗ ਪੈਣ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਈਰਾਨ ਪੁੱਜਾ ਤੇ ਇਸ ਨੇ ਕੁਝ ਸਮਾਂ ਮੁਹੰਮਦ ਅਲੀ ਮਿਰਜ਼ਾ ਦੀ ਫੌਜ ਵਿੱਚ ਨੌਕਰੀ ਕੀਤੀ। ਉੱਥੇ ਇਸ ਨੇ ਸੁਦਾਗਰਾਂ ਤੋਂ ਖਾਲਸਾ ਰਾਜ ਦੀ ਮਹਿਮਾ ਬਾਰੇ ਅਤੇ ਵੈਂਤੁਰਾ ਹੋਰਾਂ ਨੂੰ ਦਿੱਤੀ ਜਾਂਦੀ ਬਹੁਤ ਵੱਡੀ ਤਨਖਾਹ ਬਾਰੇ ਸੁਣਿਆ ਸੀ। ਇਹ ਆਪਣੇ ਸਾਥੀ ਕੋਟ ਨਾਲ ਪੰਜਾਬ ਪੁੱਜ ਗਿਆ।
ਆਵਿਤਾਬੀਲ ਨੂੰ ਸ਼ੁਰੂ ਵਿੱਚ 700 ਰੁਪਏ ਮਹੀਨਾ ਤਨਖਾਹ ਤੇ ਰੱਖਿਆ ਗਿਆ ਅਤੇ ਬਾਅਦ ਵਿੱਚ ਇਸ ਦੀ ਤਨਖਾਹ 1200 ਰੁਪਏ ਕਰ ਦਿੱਤੀ ਗਈ। ਪਰ ਪਿਸ਼ਾਵਰ ਦੀ ਗਵਰਨਰੀ ਸਮੇਂ ਇਸ ਦੇ ਮਾੜੇ ਵਰਤਾਅ ਕਾਰਨ ਖਾਲਸਾ ਫੌਜ ਇਸ ਦੇ ਖਿਲਾਫ ਹੋ ਗਈ। ਇਸ ਨੇ 1842 ਵਿੱਚ ਕਾਬਲ 'ਚ ਲੜ ਰਹੀ ਅੰਗਰੇਜ਼ ਫੌਜ ਦੇ ਪਿਸ਼ਾਵਰ 'ਚ ਠਹਿਰੇ ਫੌਜੀਆਂ ਨੂੰ 10 ਲੱਖ ਰੁਪਏ ਕਰਜ਼ਾ ਦੇ ਕੇ ਵਲਾਇਤ ਵਿੱਚ ਆਪਣੇ ਨਾਂ ਦੀਆਂ ਹੁੰਡੀਆਂ ਲਿਖਵਾ ਲਈਆਂ ਸਨ। 12 ਅਪ੍ਰੈਲ 1843 ਨੂੰ ਇਸ ਨੂੰ ਮਹਾਰਾਜਾ ਸ਼ੇਰ ਸਿੰਘ ਨੇ ਲਾਹੌਰ ਬੁਲਾ ਲਿਆ। 12 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਆਵਿਤਾਬੀਲ ਲਾਹੌਰ ਤੋਂ ਨਿਕਲ ਕੇ ਸ਼ਿਮਲੇ ਜਾ ਪੁੱਜਾ। ਫਿਰ ਉਹ ਪੈਰਿਸ ਗਿਆ ਤੇ ਉੱਥੋਂ ਉਹ 17 ਅਗਸਤ 1845 ਨੂੰ ਲੰਡਨ ਪੁੱਜਾ। ਇਸਨੇ ਡਿਊਕ ਆਫ ਵੈਲਿੰਗਟਨ ਨਾਲ ਮੁਲਾਕਾਤ ਕੀਤੀ। ਇਹ ਪਿਸ਼ਾਵਰ 'ਚ ਰਹਿੰਦਾ ਹੋਇਆ ਅੰਗਰੇਜ਼ਾਂ ਨੂੰ ਅਫਗਾਨਿਸਤਾਨ ਦੀਆਂ ਖੁਫੀਆ ਖਬਰਾਂ ਵੀ ਭੇਜਦਾ ਰਿਹਾ। 18 ਮਾਰਚ 1850 ਨੂੰ ਫਰਾਂਸ ਵਿੱਚ ਇਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਫਰਾਂਸ ਦਾ ਰਹਿਣ ਵਾਲਾ ਐਲਾਰਡ, ਜਿਹੜਾ ਕਿ ਵੈਂਤੁਰਾ ਨਾਲ ਆਇਆ ਸੀ, ਉਹ ਨੈਪੋਲੀਅਨ ਦੀ ਫੌਜ ਟੁੱਟਣ ਤੋਂ ਬਾਅਦ ਅਮਰੀਕਾ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਵੈਂਤੁਰਾ ਟੱਕਰ ਗਿਆ ਅਤੇ ਉਹ ਖਾਲਸਾ ਰਾਜ ਵਿੱਚ ਪੁੱਜੇ। ਪਹਿਲਾਂ ਇਹ ਈਰਾਨ ਆਏ ਅਤੇ ਉੱਥੇ ਇਹਨਾਂ ਨੂੰ ਰੂਸੀ ਵਜ਼ੀਰ ਐਮ ਵਿਜਾਰਵਿਥ ਮਿਲਿਆ ਅਤੇ ਉਸਨੇ ਇਹਨਾਂ ਨੂੰ ਕਿਹਾ ਕਿ ਕਿਤੇ ਸਮਾਂ ਖਰਾਬ ਕਰਨ ਦੀ ਲੋੜ ਨਹੀਂ, ਸਿੱਧੇ ਖਾਲਸਾ ਰਾਜ ਜਾਓ ਅਤੇ ਮਨ ਮੰਗੀਆਂ ਤਨਖਾਹਾਂ ਪ੍ਰਾਪਤ ਕਰੋ। ਐਲਾਰਡ ਨੂੰ ਖਾਲਸਾ ਫੌਜ ਦੀ ਸਿਖਲਾਈ ਦਾ ਕੰਮ ਸੌਂਪਿਆ ਗਿਆ। ਉਹਨਾਂ ਦਿਨਾਂ ਵਿੱਚ ਫਰਾਂਸ ਦਾ ਸੈਲਾਨੀ ਜੋਕੋਮੌਂਟ ਪੰਜਾਬ ਆਇਆ। ਉਸਨੇ ਜਿਹੜੀਆਂ ਚਿੱਠੀਆਂ ਲਾਹੌਰ ਤੋਂ ਫਰਾਂਸ ਭੇਜੀਆਂ, ਉਹਨਾਂ ਵਿੱਚ ਐਲਾਰਡ ਅਤੇ ਵੈਂਤੁਰਾ ਬਾਰੇ ਲਿਖਦਾ ਕਿ ਮਹਾਰਾਜਾ ਇਹਨਾਂ ਤੇ ਰੁਪਈਆਂ ਦੀ ਵਰਖਾ ਕਰਕੇ ਇਹਨਾਂ ਨੂੰ ਨਿਹਾਲ ਕਰ ਰਿਹਾ ਹੈ। ਇਸ ਸਮੇਂ ਦੌਰਾਨ ਐਲਾਰਡ ਨੂੰ ਕੁਝ ਸਦਮੇ ਵੀ ਹੋਏ। ਇਸਨੇ ਚੰਬੇ ਦੀ ਇੱਕ ਤੀਵੀਂ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਇੱਕ ਕੁੜੀ ਮੈਰੀ ਚਾਰਲਟ ਪੈਦਾ ਹੋਈ। ਉਸ ਦੀ 5 ਅਪ੍ਰੈਲ 1827 ਨੂੰ ਮੌਤ ਹੋ ਗਈ। ਇਸ ਕੁੜੀ ਨੂੰ ਐਲਾਰਡ ਦੀ ਕੋਠੀ ਦੇ ਬਾਗ ਵਿੱਚ ਦਫਨਾਇਆ ਗਿਆ। ਇਸ ਬਾਗ ਨੂੰ ਲਾਹੌਰ ਵਿੱਚ ਅੱਜ ਵੀ ਕੁੜੀ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ। ਐਲਾਰਡ ਲਈ ਦੂਜੀ ਸੱਟ ਖਾਲਸਾ ਰਾਜ ਦੀ ਨੌਕਰੀ ਤੋਂ ਬਚਾਇਆ 8 ਲੱਖ ਰੁਪਈਆ ਸੀ, ਜਿਸ ਨੂੰ ਉਸਨੇ ਪਾਲਮੇਰਜ਼ ਬੈਂਕ ਕਲਕੱਤਾ ਵਿੱਚ ਜਮ੍ਹਾਂ ਕਰਵਾਇਆ ਸੀ। ਇਹ ਬੈਂਕ 1830 ਵਿੱਚ ਦਿਵਾਲੀਆ ਹੋ ਗਿਆ। ਇਸ ਉਪਰੰਤ ਇਹ ਲੰਮੀ ਛੁੱਟੀ ਤੇ ਆਪਣੇ ਦੇਸ਼ ਗਿਆ। ਉੱਥੋਂ ਵਾਪਸੀ ਤੇ ਇਸਨੇ ਫਾਰਸੀ ਦੇ ਸਿਆਣੇ ਕਵੀ ਤੋਂ ਆਪਣੇ ਮਨ ਦੀ ਭਾਵਨਾ ਅਨੁਸਾਰ ਖਾਲਸਾ ਰਾਜ ਦੀ ਉਸਤਤ 'ਚ ਸ਼ੇਰ ਤਿਆਰ ਕਰਵਾਏ। ਉਹਨਾਂ ਸ਼ੇਰਾਂ 'ਚ ਇਸਨੇ ਕਿਹਾ ਕਿ ਮੇਰਾ ਅੰਤ ਸਮਾਂ ਖਾਲਸਾ ਰਾਜ 'ਚ ਲਾਹੌਰ ਹੋਵੇ ਅਤੇ ਮੇਰਾ ਵਿਵਾਨ ਲਾਹੌਰ ਦੀ ਅਨਾਰਕਲੀ ਬਾਜ਼ਾਰ 'ਚੋਂ ਲੰਘੇ। ਦਿਲਚਸਪ ਗੱਲ ਇਹ ਹੈ ਕਿ ਇਹ 1839 'ਚ ਪਿਸ਼ਾਵਰ ਵਿਖੇ ਚੜ੍ਹਾਈ ਕਰ ਗਿਆ ਅਤੇ ਇਸ ਨੂੰ ਇਸ ਦੀ ਇੱਛਾ ਅਨੁਸਾਰ ਇਸ ਦੀ ਕੁੜੀ ਦੇ ਨਾਲ ਹੀ ਲਾਹੌਰ 'ਚ ਦਫਨਾਇਆ ਗਿਆ। ਇਸ ਦਾ ਵਿਵਾਨ ਅਨਾਰਕਲੀ 'ਚੋਂ ਸ਼ਾਹੀ ਧੂਮ-ਧਾਮ ਨਾਲ ਨਿਕਲਿਆ। ਇਸ ਤਰ੍ਹਾਂ ਦਾ ਦਿਲਚਸਪ ਕਿੱਸਾ ਡੁਬੇਗਨਨ ਦਾ ਹੈ। ਜਨਰਲ ਵੈਂਤੁਰਾ ਨੇ ਭਾਰਤ ਦੀ ਯਾਤਰਾ ਲਈ 1834 ਵਿੱਚ 3 ਮਹੀਨੇ ਦੀ ਛੁੱਟੀ ਲਈ। ਜਦੋਂ ਮੇਰਠ ਪੁੱਜਾ ਤਾਂ ਉਸ ਨੂੰ ਉੱਥੇ ਡੁਬੇਗਨਨ ਮਿਲਿਆ। ਵੈਂਤੁਰਾ ਨੇ ਆਪਣੀ ਸਾਲੀ ਦਾ ਵਿਆਹ ਉਸ ਨਾਲ ਕਰ ਦਿੱਤਾ। 1836 ਵਿੱਚ ਉਹ ਵੈਂਤੁਰਾ ਦੀ ਸਿਫਾਰਿਸ਼ ਤੇ ਖਾਲਸਾ ਫੌਜ ਵਿੱਚ ਭਰਤੀ ਹੋ ਗਿਆ। 1 ਸਾਲ ਬਾਅਦ ਇਸਨੇ ਨੌਕਰੀ ਛੱਡ ਦਿੱਤੀ। ਇਸਨੇ ਲਾਹੌਰ ਵਿੱਚ ਸੁਦਾਗਰੀ ਦੀ ਦੁਕਾਨ ਖੋਲ੍ਹ ਲਈ। ਉਹ ਕਸ਼ਮੀਰ ਦੀਆਂ ਸ਼ਾਲਾਂ ਅਤੇ ਹੋਰ ਦਸਤਕਾਰੀ ਫਰਾਂਸ ਭੇਜਦਾ। ਉੱਥੋਂ ਬੂਟ, ਦੂਰਬੀਨਾਂ ਆਦਿ ਮੰਗਵਾ ਕੇ ਲਾਹੌਰ 'ਚ ਵੇਚਦਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਇਸਨੇ ਕਲਕੱਤਾ ਜਾ ਕੇ ਦੁਕਾਨ ਖੋਲ੍ਹ ਲਈ, ਪਰ ਉੱਥੇ ਕੰਮ ਨਾ ਚੱਲਿਆ ਅਤੇ ਇਸਨੇ ਮੁੜ ਲੁਧਿਆਣੇ ਆ ਕੇ ਦੁਕਾਨ ਖੋਲ੍ਹੀ। ਇਸੇ ਤਰ੍ਹਾਂ ਅਮਰੀਕੀ ਗੋਰਾ ਗਾਰਡਨਰ 1831 ਤੋਂ 1844 ਤੱਕ ਨੌਕਰ ਰਿਹਾ ਅਤੇ ਇਸ ਨੂੰ 500 ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਇਹ ਡੋਗਰਿਆਂ ਵੱਲੋਂ ਖਾਲਸਾ ਰਾਜ ਨੂੰ ਤਬਾਹ ਕਰਨ ਦੀਆਂ ਸਾਰੀਆਂ ਚਾਲਾਂ ਦਾ ਅੱਖੇ ਡਿੱਠਾ ਗਵਾਹ ਵੀ ਸੀ। 8 ਜਨਵਰੀ 1841 ਨੂੰ ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਕਿਲੇ 'ਤੇ ਚੜ੍ਹਾਈ ਕੀਤੀ ਤਾਂ ਇਹ ਗੁਲਾਬ ਸਿੰਘ ਡੋਗਰੇ ਵੱਲੋਂ ਮਹਾਰਾਜੇ ਵਿਰੁੱਧ ਲੜਿਆ। ਇਹਨਾਂ 'ਚੋਂ ਬਹੁਤੇ ਖਾਲਸਾ ਰਾਜ ਦਾ ਲੂਣ ਖਾ ਕੇ ਹਰਾਮ ਵੀ ਕਰਦੇ ਰਹੇ। ਇਸ ਤਰ੍ਹਾਂ ਦਾ ਇੱਕ ਗੋਰਾ ਕਨਾਰਾ ਸੀ। ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਤੋਂ ਬਾਅਦ ਵੀ ਅੰਗਰੇਜ਼ਾਂ ਨੇ ਇਸ ਨੂੰ ਖਾਲਸਾ ਫੌਜ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇਸ ਦਾ ਅੰਗਰੇਜ਼ ਕਪਤਾਨ ਐਬਟ ਨਾਲ ਗੂੜਾ ਮੇਲ ਸੀ। 6 ਜੁਲਾਈ 1848 ਨੂੰ ਸਰਦਾਰ ਚਤਰ ਸਿੰਘ ਨੇ ਇਸ ਨੂੰ ਹੁਕਮ ਦਿੱਤਾ ਕਿ ਉਹ ਆਪਣਾ ਤੋਪਖਾਨਾ ਬਾਹਰਲੇ ਮੈਦਾਨ ਵਿੱਚ ਪਰੇਡ ਲਈ ਲਿਆਵੇ, ਪਰ ਇਸ ਨੇ ਕਪਤਾਨ ਐਬਟ ਦੀ ਪ੍ਰਵਾਨਗੀ ਤੋਂ ਬਿਨਾਂ ਆਉਣ ਤੋਂ ਜਵਾਬ ਦੇ ਦਿੱਤਾ। ਇਸ ਹੁਕਮ ਅਦੂਲੀ ਤੋਂ ਇਸ ਦੇ ਆਪਣੇ ਤੋਪਖਾਨੇ ਦੇ ਜਵਾਨਾਂ ਨੇ ਇਸ 'ਤੇ ਹਮਲਾ ਕਰਕੇ ਇਹਦੇ ਟੁਕੜੇ-ਟੁਕੜੇ ਕਰ ਦਿੱਤੇ। ਹੰਗਰੀ ਦਾ ਰਹਿਣ ਵਾਲਾ ਡਾਕਟਰ ਮਾਰਟਨ 1795 ਵਿੱਚ ਜੰਮਿਆ ਅਤੇ 1815 ਵਿੱਚ ਯੂਰਪ ਦੀ ਸੈਰ ਕਰਦਾ ਹੋਇਆ ਬਗਦਾਦ ਪੁੱਜਾ। ਉਸਨੇ ਜਦੋਂ ਉੱਥੇ ਖਾਲਸਾ ਰਾਜ ਦੀ ਮਹਿਮਾ ਸੁਣੀ ਤਾਂ ਉਹ ਲਾਹੌਰ ਪੁੱਜਣ ਲਈ ਬਹਿਬਲ ਹੋ ਉੱਠਿਆ। ਇਸ ਸਫ਼ਰ ਦੀਆਂ ਲੰਮੀਆਂ ਪੈੜਾਂ ਕਰਦਾ ਹੋਇਆ ਮਾਰਚ 1829 ਵਿੱਚ ਲਾਹੌਰ ਪੁੱਜ ਗਿਆ। ਮਹਾਰਾਜੇ ਦੀ ਮੌਤ ਤੋਂ ਬਾਅਦ ਇਹ ਡੋਗਰਿਆਂ ਦੇ ਧੜੇ ਵਿੱਚ ਸ਼ਾਮਲ ਹੋ ਗਿਆ। ਜਿਸ ਦਿਨ 15 ਸਤੰਬਰ 1843 ਨੂੰ ਅਜੀਤ ਸਿੰਘ ਸੰਧਾਵਾਲੀਏ ਨੇ ਧੋਖੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕੀਤਾ ਤਾਂ ਇਹ ਉਸ ਸਮੇਂ ਬਾਰਾਂਦਰੀ ਵਿੱਚ ਮੌਜੂਦ ਸੀ। ਇਸੇ ਤਰ੍ਹਾਂ ਪਰਸ਼ੀਅਨ, ਆਸਟਰੀਅਨ, ਅੰਗਰੇਜ਼, ਆਇਰਿਸ਼, ਸਕਾਚ,
रूसी स्पैनिश करिंदे खालसा राज दीआं वडियाइयां नाल निहाल हुंदे रहे, जिस दा अपने आप नूं ग्रेट ब्रिटेन कहाउण वाले गोरिਆਂ ने धोखे ਅਤੇ ਫਰੇਬ ਨਾਲ अंत कर दिता।